ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਪਿਆਰੇ ਵਿਦਿਆਰਥੀਓ। ਅੱਜ ਆਪਾਂ ਗੱਲ ਕਰਾਂਗੇ ਇੰਟਰਨੈਸ਼ਨਲ ਯੋਗਾ ਡੇ ਕਾਮਨ ਪ੍ਰੋਟੋਕੋਲ ਬਾਰੇ। ਤੁਹਾਨੂੰ ਪਤਾ ਹੀ ਹੈ, ਕੁਝ ਦਿਨਾਂ ਬਾਅਦ ਇੰਟਰਨੈਸ਼ਨਲ ਯੋਗਾ ਡੇ 21 ਜੂਨ ਨੂੰ ਆਉਣ ਵਾਲਾ ਹੈ। ਤੇ ਇਸ ਇੰਟਰਨੈਸ਼ਨਲ ਯੋਗਾ ਡੇ ਤੇ ਜਿਹੜਾ ਕਾਮਨ ਪ੍ਰੋਟੋਕੋਲ ਹੈ, ਜਿਸ ਦੇ ਵਿੱਚ ਆਸਨ ਪ੍ਰਾਣਾਯਾਮ ਨੇ, ਉਸ ਬਾਰੇ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਵੀ ਉਸ ਦੇ ਵਿੱਚ ਕਿਹੜੇ ਆਸਨ ਨੇ, ਕਿਹੜੇ ਪ੍ਰਾਣਾਯਾਮ ਨੇ ਤੇ ਕਿਸ ਸੀਕੁਐਂਸ ਦੇ ਵਿੱਚ ਉਹ ਆਸਨ ਜਾਂ ਪ੍ਰਾਣਾਯਾਮ ਕਰਨੇ ਚਾਹੀਦੇ ਨੇ, ਉਸ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਤੇ ਉਮੀਦ ਹੈ ਇਸ ਵੀਡੀਓ ਨੂੰ ਪੂਰਾ ਦੇਖ ਕੇ ਤੁਸੀਂ ਉਸ ਹੈਲਥ ਪ੍ਰੋਟੋਕੋਲ ਨੂੰ ਸਮਝੋਗੇ, ਇਹਦੇ ਨਾਲ ਜੁੜੋਗੇ ਅਤੇ ਆਪਣੇ ਜੀਵਨ ਨੂੰ ਸਿਹਤਮੰਦ ਹੈ ਉਹ ਬਣਾਓਗੇ। ਇਸ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹਿਣਾ, ਇਸ ਵੀਡੀਓ ਨੂੰ ਪੂਰਾ ਦੇਖ ਕੇ ਉਸ ਜਿਹੜਾ ਪ੍ਰੋਟੋਕੋਲ ਹੈ ਉਹਨੂੰ ਸਮਝ ਕੇ ਆਪਣੀ ਲਾਈਫ ਦੇ ਵਿੱਚ ਹੈ ਉਹਨੂੰ ਅਪਣਾਉਣਾ ਹੈਗਾ ਤੇ ਯੋਗ ਦੇ ਨਾਲ, ਹੈਲਦੀ ਜੀਵਨ ਦੇ ਨਾਲ, ਸਿਹਤਮੰਦ ਜੀਵਨ ਦੇ ਨਾਲ ਜੁੜਨਾ ਹੈ। ਧੰਨਵਾਦ। ਸਟੈਪ ਪਹਿਲਾ, ਪ੍ਰਾਰਥਨਾ। ਆਪਣੇ ਦੋਨੇ ਹੱਥ ਜੋੜ ਕੇ ਅੱਖਾਂ ਨੂੰ ਬੰਦ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਯੋਗ ਅਭਿਆਸ ਤੋਂ ਪਹਿਲਾਂ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਯਾਦ ਕਰੋ। ਸਟੈਪ 2, ਗਰੀਵਾ ਚਾਲਣ ਜਾਂ ਗਰਦਨ ਘੁਮਾਉਣਾ। ਇਸ ਵਿੱਚ ਗਰਦਨ ਦੀ ਮੂਵਮੈਂਟ ਹੈ। ਗਰਦਨ ਨੂੰ ਅਪ ਐਂਡ ਡਾਊਨ, ਉੱਪਰ ਅਤੇ ਨੀਚੇ ਵੱਲ ਮੂਵਮੈਂਟ ਕੀਤੀ ਜਾਂਦੀ ਹੈ। ਯੋਗ ਦੇ ਵਿੱਚ ਆਸਨ ਵਗੈਰਾ ਕਰਨ ਤੋਂ ਪਹਿਲਾਂ ਇਹ ਸੂਖਸ਼ਮ ਵਿਆਮ ਕੀਤੇ ਜਾਂਦੇ ਨੇ। ਸੂਖਸ਼ਮ ਵਿਆਮ ਦੇ ਵਿੱਚ ਤੁਹਾਡੇ ਜੁਆਇੰਟਸ ਦੀ ਮੂਵਮੈਂਟ ਹੁੰਦੀ ਹੈ। ਸੈਕਿੰਡ ਜਿਹੜਾ ਸਟੈਪ ਹੈ ਉਸ ਦੇ ਵਿੱਚ ਗਰਦਨ ਦੀ ਜਿਹੜੀ ਮੂਵਮੈਂਟ ਹੈ ਉਹ ਲੈਫਟ ਤੋਂ ਰਾਈਟ ਵੱਲ, ਸੱਜੇ ਤੋਂ ਖੱਬੇ ਵੱਲ ਅਤੇ ਖੱਬੇ ਤੋਂ ਸੱਜੇ ਵੱਲ ਇੱਦਾਂ ਮੂਵਮੈਂਟ ਕੀਤੀ ਜਾਂਦੀ ਹੈ। ਇਹ ਸਿਰ ਤੋਂ ਲੈ ਕੇ ਪੈਰਾਂ ਵੱਲ ਨੂੰ ਮੂਵਮੈਂਟ ਚਲਦੀਆਂ ਨੇ। ਤੀਸਰੇ ਸਟੈਪ ਦੇ ਵਿੱਚ ਜਿਹੜੀ ਗਰਦਨ ਹੈ ਉਸ ਨੂੰ ਆਪਾਂ ਲੈਫਟ ਅਤੇ ਰਾਈਟ ਦੋਨਾਂ ਸਾਈਡਾਂ 'ਤੇ ਉਹਦੀ ਮੂਵਮੈਂਟ ਕਰਦੇ ਹਾਂ। ਸਟੈਪ 3, ਸਕੰਦ ਚੀਵ, ਮੋਢੇ ਦੀ ਗਤੀ। ਇਸ ਦੇ ਵਿੱਚ ਸ਼ੋਲਡਰ ਦੇ ਜੁਆਇੰਟ ਹੈ ਉਹਨਾਂ ਨੂੰ ਖੋਲ੍ਹਣ ਦੇ ਲਈ, ਚਲਾਉਣ ਦੇ ਲਈ ਬਾਹਾਂ ਦੀ ਅਪ ਐਂਡ ਡਾਊਨ ਮੂਵਮੈਂਟ ਕੀਤੀ ਜਾਂਦੀ ਹੈ। ਸਟੈਪ 4, ਸਕੰਦ ਚੱਕਰਾ, ਯਾਨੀ ਕਿ ਮੋਢੇ ਨੂੰ ਘੁਮਾਉਣਾ। ਇਹਦੇ ਵਿੱਚ ਪਹਿਲਾਂ ਕੁਣੀਆਂ ਦੇ ਨਾਲ ਮੋਢਿਆਂ ਦੀ ਅੱਗੇ ਨੂੰ ਮੂਵਮੈਂਟ ਹੁੰਦੀ ਹੈ, ਫਿਰ ਪਿੱਛੇ ਵੱਲ ਮੂਵਮੈਂਟ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਦੋਨੇ ਸਾਈਡਾਂ 'ਤੇ ਇਹਦੀ ਮੂਵਮੈਂਟ ਹੈ ਉਹ ਜ਼ਰੂਰੀ ਹੈ। ਸਟੈਪ 5, ਕਟੀ ਸ਼ਕਤੀ ਸੰਚਾਲਨ। ਇਸ ਦੇ ਵਿੱਚ ਕਮਰ ਦੀ ਦੋਨੇ ਸਾਈਡਾਂ 'ਤੇ ਮੂਵਮੈਂਟ ਕੀਤੀ ਜਾਂਦੀ ਹੈਗੀ ਆ। ਆਪਾਂ ਉੱਪਰ ਤੋਂ ਨੀਚੇ ਵੱਲ ਜਾ ਰਹੇ ਹਾਂ। ਪਹਿਲਾਂ ਆਪਾਂ ਗਰਦਨ ਤੋਂ ਸ਼ੁਰੂ ਕੀਤਾ ਸੀ, ਫਿਰ ਸ਼ੋਲਡਰ ਤੋਂ ਬਾਅਦ ਨੀਚੇ ਕਮਰ ਆ ਗਈ। ਸਟੈਪ 6ਵਾਂ, ਘੁਟਨਾ ਸੰਚਾਲਨ ਜਾਂ ਗੋਡਿਆਂ ਨੂੰ ਘੁਮਾਉਣਾ। ਇਹਦੇ ਵਿੱਚ ਗੋਡਿਆਂ ਨੂੰ ਗੋਲ ਘੁਮਾਇਆ ਜਾਂਦਾ ਹੈਗਾ, ਪਹਿਲਾਂ ਇੱਕ ਸਾਈਡ 'ਤੇ ਫਿਰ ਦੂਸਰੀ ਸਾਈਡ 'ਤੇ। ਜੇਕਰ ਕਿਸੇ ਨੂੰ ਗੋਡਿਆਂ ਦੀ ਸਮੱਸਿਆ ਹੋਵੇ ਜਾਂ ਕੋਈ ਗੋਡਿਆਂ ਦੇ ਵਿੱਚ ਦਰਦ ਹੋਵੇ ਤਾਂ ਉਹ ਇਹ ਐਕਸਰਸਾਈਜ਼ ਅਵੋਇਡ ਵੀ ਕਰ ਸਕਦੇ ਆ। ਸਟੈਪ 7ਵਾਂ, ਤਾੜ ਆਸਨ। ਤਾੜ ਆਸਨ ਦੇ ਵਿੱਚ ਪੂਰੀ ਬੋਡੀ ਨੂੰ ਉੱਪਰ ਵੱਲ ਆਪਾਂ ਖਿੱਚਦੇ ਹਾਂ, ਅੱਡੀਆਂ ਉੱਪਰ, ਹੌਲੀ ਹੌਲੀ ਵਾਪਿਸ। ਸਟੈਪ 8ਵਾਂ, ਵ੍ਰਿਕਸ਼ ਆਸਨ। ਵ੍ਰਿਕਸ਼ ਆਸਨ ਦੇ ਲਈ ਆਪਾਂ ਇੱਕ ਪੈਰ ਦੂਸਰੇ ਗੋਡੇ ਦੇ ਉੱਪਰ ਰੱਖਾਂਗੇ ਅਤੇ ਦੋਨੇ ਹੱਥ ਉੱਪਰ ਕਰਕੇ ਉਹਨਾਂ ਨੂੰ ਜੋੜ ਲਵਾਂਗੇ। ਉੱਥੇ ਕੁਝ ਦੇਰ ਦੇ ਲਈ ਰੁਕਾਂਗੇ ਕਾਊਂਟਿੰਗ ਦੇ ਨਾਲ, ਫਿਰ ਵਾਪਿਸ। ਅਤੇ ਫਿਰ ਇਹ ਆਸਨ ਹੈ ਦੋਨੇ ਲੈਗਸ ਦੇ ਨਾਲ ਆਪਾਂ ਰਿਪੀਟ ਕਰਨਾ ਹੈ। ਦੂਸਰੀ ਲੱਤ ਦੇ ਨਾਲ ਵੀ ਇਹ ਆਸਨ ਆਪਾਂ ਕਰਨਾ ਹੈ।
ਇਹ ਆਸਨ ਸਰੀਰ ਦੇ ਨਾਲ ਨਾਲ ਤੁਹਾਡੇ ਦਿਮਾਗ ਦਾ ਵੀ ਬੈਲੈਂਸ ਬਣਾ ਕੇ ਰੱਖਦਾ ਹੈ। ਸਟੈਪ 9ਵਾਂ ਪਾਦ ਹਸਤ ਆਸਨ। ਇਸ ਦੇ ਵਿੱਚ ਆਪਾਂ ਅੱਗੇ ਨੂੰ ਝੁਕਦੇ ਹੋਏ ਆਪਣੇ ਹੱਥ ਹੈ ਉਹ ਪੈਰਾਂ ਦੇ ਕੋਲ ਰੱਖਦੇ ਹਾਂ ਨੀਚੇ, ਤੇ ਸਿਰ ਨੂੰ ਗੋਡਿਆਂ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੌਲੀ ਹੌਲੀ ਵਾਪਿਸ। ਸਟੈਪ 10ਵਾਂ ਅਰਧ ਚੱਕਰ ਆਸਨ। ਇਹ ਹਾਫ ਚੱਕਰ ਆਸਨ ਹੈ। ਇਹਦੇ ਲਈ ਆਪਾਂ ਕਮਰ ਦੇ ਉੱਪਰ ਹੱਥ ਰੱਖ ਕੇ ਪਿੱਛੇ ਨੂੰ ਬੈਂਡਿੰਗ ਕਰਾਂਗੇ। ਇਹਦੀਆਂ ਦੋ ਕਿਸਮਾਂ ਨੇ। ਪਹਿਲੀ ਕਿਸਮ ਦੇ ਵਿੱਚ ਆਪਾਂ ਹੱਥ ਕਮਰ ਤੇ ਰੱਖ ਕੇ ਪਿੱਛੇ ਨੂੰ ਝੁਕਦੇ ਹਾਂ, ਲੱਤਾਂ ਬਿਲਕੁਲ ਸਿੱਧੀਆਂ ਰਹਿਣਗੀਆਂ। ਦੂਸਰੇ ਸਟੈਪ ਦੇ ਵਿੱਚ ਆਪਾਂ ਹੱਥ ਜਿਹੜੇ ਉੱਪਰ ਅਸਮਾਨ ਵੱਲ ਕਰਕੇ ਤੇ ਹੱਥਾਂ ਨੂੰ ਪਿੱਛੇ ਲੈ ਕੇ ਜਾਵਾਂਗੇ। ਇਹ ਦੋਨੇ ਸਟੈਪ ਦੇ ਨਾਲ ਤੁਸੀਂ ਇਹ ਆਸਨ ਕਰ ਸਕਦੇ ਹੋ। ਜੇਕਰ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਹੈਗਾ ਉਸ ਦੇ ਨਾਲ ਵੀ ਇਸ ਆਸਨ ਨੂੰ ਤੁਸੀਂ ਕਰ ਸਕਦੇ ਹੋ। ਸਟੈਪ 11 ਤ੍ਰਿਕੋਣ ਆਸਨ। ਇਹ ਸਾਈਡ ਬੈਂਡਿੰਗ ਦਾ ਆਸਨ ਹੈ। ਇਹਦੇ ਵਿੱਚ ਆਪਾਂ ਇੱਕ ਪਾਸੇ ਨੂੰ ਇਹ ਦੋਨੇ ਸਾਈਡਾਂ 'ਤੇ ਲਗਾਉਣਾ ਹੈ। ਪਹਿਲਾਂ ਇੱਕ ਪਾਸੇ ਨੂੰ ਆਪਾਂ ਝੁਕਦੇ ਹੋਏ ਲੱਤਾਂ ਬਿਲਕੁਲ ਸਿੱਧੀਆਂ, ਹੱਥ ਹੈ ਜਿਹੜਾ ਉਹ ਜ਼ਮੀਨ ਦੇ ਨਾਲ ਟੱਚ ਕਰਨਾ ਹੈ। ਦੂਸਰਾ ਹੱਥ ਉੱਪਰ ਅਸਮਾਨ ਵੱਲ, ਤੇ ਉੱਪਰ ਵਾਲੇ ਹੱਥ ਕਨੀ ਆਪਾਂ ਦੇਖਣਾ ਹੈ। ਥੋੜੀ ਦੇਰ ਇਸ 'ਤੇ ਰੁਕੋ, ਫਿਰ ਵਾਪਸ ਆ ਕੇ ਦੂਸਰੀ ਸਾਈਡ 'ਤੇ ਵੀ ਇਹ ਆਸਨ ਰਿਪੀਟ ਆਪਾਂ ਕਰਨਾ ਹੈ। ਇਹ ਆਸਨ ਕਮਰ ਦੀ ਚਰਬੀ ਘਟਾਉਂਦਾ ਹੈ। ਇਹ ਸਾਰੇ ਸਟੈਂਡਿੰਗ ਆਸਨ ਸੀ। ਉਸ ਤੋਂ ਬਾਅਦ ਆਪਾਂ ਸਿਟਿੰਗ ਵਾਲੇ ਆਸਨ ਕਰਾਂਗੇ। ਸਟੈਪ 12 ਡੰਡ ਆਸਨ। ਡੰਡ ਆਸਨ ਦੇ ਲਈ ਲੈਗ ਸਟ੍ਰੇਟ, ਹੱਥਾਂ ਦੇ ਉੱਪਰ ਸਾਰਾ weight ਆ ਜਿਹੜਾ ਚੱਕ ਕੇ ਬੋਡੀ ਵਿਚਾਰੋਂ ਉੱਪਰ ਚੱਕਾਂਗੇ, ਫਿਰ ਹੌਲੀ ਹੌਲੀ ਨੀਚੇ। ਸਟੈਪ 13 ਬਲਦਰ ਆਸਨ। ਬਲਦਰ ਆਸਨ ਦੇ ਲਈ ਪੈਰਾਂ ਨੂੰ ਜੋੜ ਕੇ ਉਹਨਾਂ ਨੂੰ ਪਕੜਾਂਗੇ ਅਤੇ ਗੋਡੇ ਨੀਚੇ ਜ਼ਮੀਨ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਮਰ ਬਿਲਕੁਲ ਸਿੱਧੀ। ਇੱਥੇ ਥੋੜੀ ਦੇਰ ਹੋਲਡ ਕਰਕੇ ਰੱਖਣਾ। ਸਟੈਪ 14 ਵਜਰ ਆਸਨ। ਇਹ ਇੱਕ ਇੱਦਾਂ ਦਾ ਆਸਨ ਹੈ ਜੋ ਆਪਾਂ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹਾਂ। ਬਾਕੀ ਸਾਰੇ ਆਸਨ ਹੈ ਆਪਾਂ ਖਾਣਾ ਖਾਣ ਤੋਂ ਪਹਿਲਾਂ ਕਰਦੇ ਹਾਂ, ਪਰ ਇਹ ਆਸਨ ਤੁਸੀਂ ਖਾਣਾ ਖਾਣ ਤੋਂ ਬਾਅਦ ਡੇਲੀ 1 ਤੋਂ 2 ਮਿੰਟ ਕਰ ਸਕਦੇ ਹੋ। ਇਸ ਨਾਲ ਆਪਣੀ ਪਾਚਨ ਕਿਰਿਆ ਬਹੁਤ ਵਧੀਆ ਰਹਿੰਦੀ ਹੈ। ਸਟੈਪ 15 ਅਰਧ ਉਸ਼ਟਰਾਸਨ। ਇਹਦੇ ਲਈ ਕਮਰ ਦੇ ਉੱਪਰ ਹੱਥ ਰੱਖ ਕੇ ਪਿੱਛੇ ਨੂੰ ਬੈਂਡਿੰਗ ਕਰਨੀ ਹੈ, ਪਿੱਛੇ ਨੂੰ ਝੁਕਣਾ ਹੈ। ਉੱਥੇ ਜਿੰਨਾ ਮੈਕਸਿਮਮ ਪਿੱਛੇ ਜਾ ਸਕਦੇ ਹੋ ਉੱਥੇ ਜਾ ਕੇ ਰੁਕਣਾ ਹੈ। ਜੇਕਰ ਤੁਹਾਡੇ ਅੰਦਰ ਥੋੜੀ ਜ਼ਿਆਦਾ ਫਲੈਕਸੀਬਿਲਿਟੀ ਹੈ ਤਾਂ ਤੁਸੀਂ ਜਿਹੜਾ ਪੂਰਨ ਉਸ਼ਟਰਾਸਨ ਹੈ ਉਹ ਵੀ ਤੁਸੀਂ ਲਗਾ ਸਕਦੇ ਹੋ। ਅਰਧ ਉਸ਼ਟਰਾਸਨ ਦੇ ਵਿੱਚ ਆਪਾਂ ਕਮਰ 'ਤੇ ਹੱਥ ਰੱਖੇ ਸੀਗੇ। ਪੂਰਨ ਉਸ਼ਟਰਾਸਨ ਦੇ ਵਿੱਚ ਆਪਾਂ ਅੱਡੀਆਂ ਦੇ ਉੱਪਰ ਹੱਥ ਰੱਖ ਕੇ ਪਿੱਛੇ ਨੂੰ ਬੋਡੀ ਝੁਕਾ ਕੇ ਇੱਥੇ ਰੁਕਦੇ ਹਾਂ। ਇਹ ਆਸਨ ਤੁਹਾਡੀ ਸਾਹ ਕਿਰਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ। ਸਟੈਪ 17 ਸ਼ਸ਼ਾਂਕ ਆਸਨ। ਇਹਨੂੰ ਰੈਬਿਟ ਪੋਜ਼ ਜਾਂ ਖਰਗੋਸ਼ ਆਸਨ ਵੀ ਆਪਾਂ ਬੋਲ ਦਿੰਦੇ ਹਾਂ। ਇਹ ਆਰਾਮਦਾਇਕ ਆਸਨ ਹੈ। ਇਸ ਦੇ ਨਾਲ ਤੁਹਾਡੀ ਕਮਰ ਦਾ ਜਿਹੜਾ ਦਰਦ ਹੈ ਠੀਕ ਹੁੰਦਾ ਹੈ ਅਤੇ ਸਾਰੀ ਬੋਡੀ ਨੂੰ ਆਰਾਮ ਮਹਿਸੂਸ ਹੁੰਦਾ ਹੈ। ਵਧੇ ਹੋਏ ਪੇਟ ਦੇ ਲਈ ਵੀ ਇਹ ਆਸਨ ਬਹੁਤ ਹੀ ਵਰਦਾਨ ਸਾਬਿਤ ਹੁੰਦਾ ਹੈ। ਸਟੈਪ 18 ਉਤਾਨ ਮੰਡੂਕ ਆਸਨ। ਆਪਣੇ ਦੋਨੇ ਗੋਡੇ ਹਲਕੇ ਜਿਹੇ ਖੋਲ੍ਹ ਲੈਣੇ ਆ, ਪੈਰਾਂ ਦੇ ਉੱਪਰ ਬੈਠ ਜਾਓ ਅਤੇ ਹੱਥ ਆਪਣੇ ਪਿੱਛੇ ਲਿਜਾ ਕੇ ਸ਼ੋਲਡਰ ਦੇ ਉੱਪਰ ਰੱਖਣੇ ਆ ਕ੍ਰੋਸ। ਸੱਜਾ ਹੱਥ ਖੱਬੇ ਮੋਢੇ 'ਤੇ ਅਤੇ ਖੱਬਾ ਹੱਥ ਸੱਜੇ ਮੋਢੇ ਦੇ ਉੱਪਰ। ਇੱਥੇ ਬੋਡੀ ਨੂੰ ਸਿੱਧੀ ਕਰਕੇ ਰੁਕਣਾ ਹੈ। ਸਟੈਪ 19 ਵਕਰ ਆਸਨ। ਵਕਰ ਆਸਨ ਤੁਹਾਡੀ ਕਮਰ ਨੂੰ ਲਚਕੀਲਾ ਬਣਾਉਂਦਾ ਹੈ। ਸ਼ੂਗਰ ਦੀ ਬਿਮਾਰੀ ਨੂੰ ਦੇ ਲਈ ਬਹੁਤ ਜ਼ਿਆਦਾ ਸਹਾਇਕ ਸਿੱਧ ਹੁੰਦਾ ਹੈਗਾ। ਇੱਕ ਲੱਤ ਸਿੱਧੀ, ਦੂਸਰੀ ਉੱਪਰ ਕ੍ਰੋਸ ਕਰਕੇ ਹੱਥ ਦੇ ਨਾਲ ਆਪਾਂ ਗੋਡੇ ਨੂੰ ਪਕੜਨਾ ਹੈ ਅਤੇ ਪਿਛਲੇ ਹੱਥ ਦੇ ਨੀਚੇ ਸਪੋਰਟ ਲਗਾ ਸਕਦੇ ਹੋ। ਡੇ ਬਾਈ ਡੇ ਤੁਸੀਂ ਪਿਛਲੇ ਹੱਥ ਨੂੰ ਉੱਪਰ ਕਮਰ ਦੇ ਨਾਲ ਵੀ ਚੱਕ ਕੇ ਰੱਖ ਸਕਦੇ ਹੋ। ਇਹ ਆਸਨ ਆਪਾਂ ਦੋਨੇ ਸਾਈਡਾਂ 'ਤੇ ਰਿਪੀਟ ਕਰਨਾ ਹੈ।
ਸਟੈਪ 20 ਮਕਰ ਆਸਨ। ਮਕਰ ਆਸਨ ਦੇ ਵੀ ਉਲਟੇ ਲੇਟ ਜਾਓ, ਹੱਥ ਦੇ ਉੱਪਰ ਹੱਥ ਰੱਖ ਕੇ ਉੱਪਰ ਸਿਰ ਰੱਖ ਲਓ, ਪੈਰ ਹਲਕੇ ਜਿਹੇ ਖੋਲ ਕੇ ਅੱਡੀਆਂ ਅੰਦਰ, ਪੰਜੇ ਬਾਹਰ ਵੱਲ, ਤੇ ਇੱਦਾਂ ਬੋਡੀ ਨੂੰ ਬਿਲਕੁਲ ਰਿਲੈਕਸ ਛੱਡ ਦਿਓ। ਇਹ ਇੱਕ ਆਰਾਮਦਾਇਕ ਆਸਨ ਹੈ ਜਿਹਦੇ ਨਾਲ ਆਪਣੇ ਸਰੀਰ ਦੀ ਜਿਹੜੀ ਥਕਾਵਟ ਹੈ ਉਹ ਦੂਰ ਹੋ ਜਾਂਦੀ ਹੈ। ਸਟੈਪ 21 ਭੁਜੰਗ ਆਸਨ। ਪੈਰ ਜੋੜ ਕੇ ਹੱਥ ਮੋਢਿਆਂ ਦੇ ਬਰਾਬਰ ਰੱਖ ਕੇ ਹੌਲੀ ਹੌਲੀ ਬਾਹਾਂ ਨੂੰ ਸਿੱਧਾ ਕਰਦੇ ਹੋਏ ਸਿਰ ਨੂੰ ਉੱਪਰ ਚੱਕ ਕੇ ਉੱਪਰ ਰੁਕਣਾ ਚਾਹੀਦਾ ਹੈ। ਹੌਲੀ ਹੌਲੀ ਵਾਪਿਸ। ਸਟੈਪ ਨੰਬਰ 22 ਸ਼ੁਲਭ ਆਸਨ। ਹੱਥ ਆਪਣੇ ਪੱਟਾਂ ਦੇ ਨੀਚੇ ਰੱਖ ਕੇ ਬੋਡੀ ਬਿਲਕੁਲ ਸਟ੍ਰੇਟ ਤੇ ਪੈਰਾਂ ਨੂੰ ਉੱਪਰ ਚੱਕਣਾ ਹੈ। ਇਹਦੇ ਵਿੱਚ ਲੱਤਾਂ ਬਿਲਕੁਲ ਸਿੱਧੀਆਂ ਰੱਖਣੀਆਂ ਨੇ, ਗੋਡੇ ਬੈਂਡ ਨਹੀਂ ਕਰਨੇ। ਉੱਪਰ ਜਿੰਨਾ ਮੈਕਸਿਮਮ ਟਾਈਮ ਹੋਲਡ ਕਰ ਸਕਦੇ ਹੋ ਹੋਲਡ ਕਰਕੇ ਰੱਖਣਾ ਹੈ, ਫਿਰ ਹੌਲੀ ਹੌਲੀ ਵਾਪਿਸ। ਸਟੈਪ 23 ਸੇਤੂ ਬੰਦ ਆਸਨ। ਇਹਦੇ ਲਈ ਗੋਡਿਆਂ ਨੂੰ ਮੋੜ ਕੇ ਪੈਰਾਂ ਨੂੰ ਬਿਲਕੁਲ ਬੋਡੀ ਦੇ ਨਜ਼ਦੀਕ ਰੱਖਣਾ ਹੈ। ਹੱਥਾਂ ਦੇ ਨਾਲ ਗਿੱਟਿਆਂ ਨੂੰ ਪਕੜ ਕੇ ਬੋਡੀ ਨੂੰ ਵਿਚਕਾਰੋਂ ਉੱਪਰ ਚੱਕਣਾ ਹੈ ਤੇ ਇੱਥੇ ਹੋਲਡ ਕਰਕੇ ਰੱਖਣਾ ਹੈ। ਥੋੜੀ ਦੇਰ ਉੱਤੇ ਹੋਲਡ ਕਰਨ ਤੋਂ ਬਾਅਦ ਹੌਲੀ ਹੌਲੀ ਫਿਰ ਆਪਾਂ ਵਾਪਿਸ ਆ ਜਾਵਾਂਗੇ। ਇਹ ਆਸਨ ਵੀ ਤੁਹਾਡੇ ਪੇਟ ਦੇ ਲਈ, ਤੁਹਾਡੀ ਸਾਹ ਕਿਰਿਆ ਪ੍ਰਣਾਲੀ ਦੇ ਲਈ ਤੇ ਖਾਸ ਕਰਕੇ ਤੁਹਾਡੀਆਂ ਲੈਗਸ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਆਸਨ ਹੈ। ਸਟੈਪ 24 ਉਤਾਨਪਾਦ ਆਸਨ। ਆਪਣੇ ਦੋਨੇ ਪੈਰ ਜੋੜ ਕੇ ਉੱਪਰ ਚੱਕੋ, 45 ਡਿਗਰੀ ਤੇ ਹੋਲਡ ਕਰੋ। ਇਹ ਆਸਨ ਤੁਹਾਡੇ ਪੇਟ ਦੀ ਚਰਬੀ ਘਟਾਉਂਦਾ ਹੈ। ਸਟੈਪ 25 ਅਰਧ ਹਲ ਆਸਨ। ਆਪਣੀਆਂ ਦੋਨੇ ਪੈਰ ਉੱਪਰ ਚੱਕ ਕੇ ਲੱਤਾਂ ਨੂੰ 90 ਡਿਗਰੀ ਤੇ ਰੱਖਣਾ ਹੈ। ਇਹ ਆਸਨ ਵੀ ਤੁਹਾਡੇ ਪੇਟ ਦੇ ਲਈ ਤੇ ਕਮਰ ਦੇ ਲਈ ਬਹੁਤ ਮਹੱਤਵਪੂਰਨ ਆਸਨ ਹੈ। ਸਟੈਪ 26 ਪਵਨ ਮੁਕਤ ਆਸਨ। ਦੋਨੇ ਗੋਡੇ ਮੋੜ ਕੇ ਹੱਥਾਂ ਦੇ ਨਾਲ ਗੋਡਿਆਂ ਨੂੰ ਪਕੜਨਾ ਹੈ ਅਤੇ ਸਿਰ ਨੂੰ ਗੋਡਿਆਂ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਸਿਚੁਏਸ਼ਨ ਦੇ ਵਿੱਚ, ਇਸ ਸਥਿਤੀ ਦੇ ਵਿੱਚ ਰੋਕ ਕੇ ਰੱਖਣਾ ਹੈ। ਇਹ ਆਸਨ ਤੁਹਾਡੇ ਪੇਟ ਦੀ ਗੈਸ ਹੈ ਉਸ ਦੇ ਲਈ ਬਹੁਤ ਲਾਭਕਾਰੀ ਆਸਨ ਹੈ। ਇਹ ਸਭ ਆਸਨ ਕਰਨ ਤੋਂ ਬਾਅਦ ਆਪਾਂ ਸ਼ਵ ਆਸਨ ਲਗਾਵਾਂਗੇ। ਸ਼ਵ ਆਸਨ ਆਪਣੀ ਬੋਡੀ ਨੂੰ ਪੂਰੀ ਤਰ੍ਹਾਂ ਰਿਲੈਕਸ ਕਰ ਦਿੰਦਾ ਹੈਗਾ, ਆਰਾਮਦਾਇਕ ਆਸਨ ਹੈ। ਪੈਰ ਹਲਕੇ ਜਿਹੇ ਖੋਲ੍ਹ ਕੇ, ਬਾਹਾਂ ਹਲਕੀਆਂ ਜਿਹੀਆਂ ਖੋਲ੍ਹਣੀਆਂ, ਹੱਥ ਉੱਪਰ ਵੱਲ ਅਤੇ ਬੋਡੀ ਨੂੰ ਬਿਲਕੁਲ ਰਿਲੈਕਸ ਹੈ ਜਿਹੜਾ ਉਹ ਛੱਡ ਦੇਣਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਬਾਹਾਂ ਦੀ ਮੂਵਮੈਂਟ ਕਰਕੇ ਹੱਥਾਂ ਨੂੰ ਰਗੜਨਾ ਹੈ। ਹੱਥਾਂ ਨੂੰ ਰਗੜ ਕੇ ਅੱਖਾਂ ਦੇ ਉੱਪਰ ਰੱਖੋ। ਅੱਖਾਂ ਦੇ ਵਿੱਚ ਗਰਮੀ ਮਹਿਸੂਸ ਕਰਦੇ ਹੋਏ ਹੌਲੀ ਹੌਲੀ ਪਲਕਾਂ ਝਪਕਾ ਕੇ ਅੱਖਾਂ ਖੋਲ੍ਹਣੀਆਂ ਨੇ। ਇਹ ਆਸਨ ਆਪਣੇ ਸਰੀਰ ਦੀ ਥਕਾਵਟ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਅਤੇ ਆਸਨਾਂ ਤੋਂ ਬਾਅਦ ਸ਼ਵ ਆਸਨ ਕਰਨਾ ਬਹੁਤ ਹੀ ਲਾਭਕਾਰੀ ਸਿੱਧ ਹੁੰਦਾ ਹੈ। ਸਟੈਪ 28 ਆਸਨਾਂ ਤੋਂ ਬਾਅਦ ਆਪਾਂ ਨੂੰ ਪ੍ਰਾਣਾਯਾਮ ਕਰਨੇ ਚਾਹੀਦੇ ਨੇ। ਕਪਾਲਭਾਤੀ ਪ੍ਰਾਣਾਯਾਮ, ਇਹਦੇ ਵਿੱਚ ਆਪਾਂ ਸਾਹ ਨੂੰ ਬਾਹਰ ਕੱਢਾਂਗੇ, ਪੇਟ ਨੂੰ ਅੰਦਰ ਖਿੱਚਦੇ ਹੋਏ ਝਟਕੇ ਦੇ ਨਾਲ ਆਪਾਂ ਸਾਹ ਨੂੰ ਬਾਹਰ ਕੱਢਦੇ ਹਾਂ ਕਪਾਲਭਾਤੀ ਪ੍ਰਾਣਾਯਾਮ ਦੇ ਵਿੱਚ। ਇਹ ਪ੍ਰਾਣਾਯਾਮ ਦਿਮਾਗ ਦੇ ਵਿੱਚ ਆਕਸੀਜਨ ਦੀ ਸਪਲਾਈ ਨੂੰ ਬਹੁਤ ਜ਼ਿਆਦਾ ਵਧਾਉਂਦਾ ਹੈ। ਸਟੈਪ 29 ਨਾੜੀ ਸ਼ੋਧਨ ਪ੍ਰਾਣਾਯਾਮ। ਇਸ ਦੇ ਲਈ ਸੱਜੇ ਹੱਥ ਦੇ ਮੁਦਰਾ ਨੂੰ ਬਣਾਉਂਦੇ ਹੋਏ ਅੰਗੂਠੇ ਦੇ ਨਾਲ ਆਪਣੀ ਨੋਸਟਲ ਨੂੰ ਬੰਦ ਕਰਨਾ ਅਤੇ ਖੱਬੇ ਪਾਸਿਓਂ ਸਾਹ ਨੂੰ ਅੰਦਰ ਖਿੱਚਣਾ ਹੈ। ਉਸ ਤੋਂ ਬਾਅਦ ਉਸ ਨੋਸਟਲ ਨੂੰ ਬੰਦ ਕਰਕੇ ਅੰਗੂਠੇ ਨੂੰ ਛੱਡ ਕੇ ਸੱਜੇ ਪਾਸੇ ਨੂੰ ਸਾਹ ਬਾਹਰ ਕੱਢਣਾ ਹੈ। ਸਾਹ ਬਾਹਰ ਕੱਢ ਕੇ ਫਿਰ ਉਸੇ ਹਾਈ ਪਾਸਿਓਂ ਸਾਹ ਦੁਬਾਰਾ ਵਾਪਸ ਖਿੱਚਣਾ ਹੈ। ਨੋਸਟਲ ਬੰਦ ਕਰਕੇ ਦੂਸਰੀ ਸਾਈਡ 'ਤੇ ਖੱਬੇ ਪਾਸੇ ਸਾਹ ਬਾਹਰ ਕੱਢ ਦੇਣਾ ਹੈ। ਫਿਰ ਇਸੇ ਪਾਸਿਓਂ ਹੀ ਸਾਹ ਲੈਣਾ ਹੈ। ਇੱਦਾਂ ਇਹ ਰਾਊਂਡ ਦੇ ਵਿੱਚ ਆਪਾਂ ਪ੍ਰਾਣਾਯਾਮ ਹੈ ਰਿਪੀਟ ਕਰਦੇ ਰਹਿਣਾ ਹੈ। ਇਹ ਪ੍ਰਾਣਾਯਾਮ ਤੁਹਾਡੇ ਸਰੀਰ ਦੀਆਂ ਨਾੜੀਆਂ ਨੂੰ ਸਾਫ਼ ਕਰਦਾ ਹੈ। ਸਟੈਪ 30 ਸ਼ੀਤਲੀ ਪ੍ਰਾਣਾਯਾਮ। ਜੀਭ ਨੂੰ ਬਾਹਰ ਕੱਢ ਕੇ ਉਹਨੂੰ ਗੋਲ ਬਣਾ ਕੇ ਸਾਹ ਅੰਦਰ ਖਿੱਚਣਾ ਹੈ। ਅੰਦਰ ਖਿੱਚ ਕੇ ਸਾਹ ਨੂੰ ਜੀਭ ਅੰਦਰ ਕਰਕੇ ਥੋੜ੍ਹੀ ਦੇਰ ਰੋਕ ਕੇ ਨੱਕ ਦੇ ਨਾਲ ਸਾਹ ਨੂੰ ਬਾਹਰ ਕੱਢਣਾ ਹੈ। ਇਹ ਪ੍ਰਾਣਾਯਾਮ ਠੰਡਾ ਪ੍ਰਾਣਾਯਾਮ ਹੈ ਜੋ ਤੁਹਾਡੇ ਸਰੀਰ ਦਾ ਤਾਪਮਾਨ ਨੂੰ ਸਹੀ ਰੱਖਦਾ ਹੈ। ਗਰਮੀਆਂ ਦੇ ਵਿੱਚ ਇਸ ਪ੍ਰਾਣਾਯਾਮ ਦੀ ਰੋਜ਼ਾਨਾ ਅਭਿਆਸ ਤੁਸੀਂ ਕਰ ਸਕਦੇ ਹੋ। ਸਟੈਪ 31 ਭ੍ਰਾਮਰੀ ਪ੍ਰਾਣਾਯਾਮ। ਆਪਣੇ ਦੋਨੇ ਅੰਗੂਠਿਆਂ ਦੇ ਨਾਲ ਕੰਨਾਂ ਨੂੰ ਬੰਦ ਕਰਕੇ
3 ਉਂਗਲਾਂ ਦੇ ਨਾਲ ਅੱਖਾਂ ਬੰਦ ਕਰਨੀਆਂ ਨੇ। ਉੱਪਰ ਦੋਨੇ ਉਂਗਲਾਂ ਮੱਥੇ ਦੇ ਉੱਪਰ, ਸਾਹ ਨੂੰ ਅੰਦਰ ਖਿੱਚਦੇ ਹੋਏ ਸਾਹ ਆਪਣੇ ਫੇਫੜਿਆਂ ਦੇ ਅੰਦਰ ਭਰ ਕੇ ਨੱਕ ਵਿੱਚੋਂ ਦੀ ਸਾਹ ਨੂੰ ਬਾਹਰ ਆਵਾਜ਼ ਕਰਦੇ ਹੋਏ ਕੱਢਣਾ ਹੈ। ਇਹ ਪ੍ਰਾਣਾਯਾਮ ਦਿਮਾਗ ਨੂੰ ਸ਼ਾਂਤ ਕਰਦਾ ਹੈ। ਸਟੈਪ 32 ਧਿਆਨ। ਆਖਿਰ ਦੇ ਵਿੱਚ ਆਸਨ ਪ੍ਰਾਣਾਯਾਮ ਕਰਨ ਤੋਂ ਬਾਅਦ ਆਪਾਂ ਆਰਾਮਦਾਇਕ ਮੁਦਰਾ ਦੇ ਵਿੱਚ ਬੈਠ ਕੇ ਹੱਥ ਜਿਹੜੇ ਗਿਆਨ ਮੁਦਰਾ ਦੇ ਵਿੱਚ ਗੋਡਿਆਂ ਦੇ ਉੱਪਰ ਰੱਖ ਕੇ ਅੱਖਾਂ ਬੰਦ ਕਰ ਲਓ ਅਤੇ ਮੱਥੇ ਦੇ ਉੱਪਰ ਆਪਣਾ ਧਿਆਨ ਕੇਂਦਰਿਤ ਕਰੋ। ਧਿਆਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ, ਪਹਿਚਾਣ ਸਕਦੇ ਹੋ। ਧੰਨਵਾਦ। ਵੀਡੀਓ ਪੂਰਾ ਦੇਖਣ ਦੇ ਲਈ ਧੰਨਵਾਦ। ਕਰੋ ਯੋਗ, ਰਹੋ ਨਿਰੋਗ।